ਹੁਣ ਵੀ ਜਿਹੜੇ ਆਪਣੀ ਨੈਸ਼ਨਲਿਸਟ ਬ੍ਰਿਗੇਡ ਹੈ ਜੀ, ਉਹ ਵੀ ਯੂਐਸ ਨੂੰ ਗਾਲਾਂ ਬਹੁਤ ਕੱਢਦੇ ਤੇ ਸੈਟਲ ਵੀ ਸਭ ਤੋਂ ਵੱਧ ਆ ਕੇ ਯੂਐਸ ਤੋਂ। ਨੈਸ਼ਨਲਿਸਟ ਬ੍ਰਿਗੇਡ ਤੁਸੀਂ ਕਿਹਨੂੰ ਕਹਿੰਦੇ? ਇੰਡੀਆ ਦੇ ਵਿੱਚ ਅੱਜ ਕੱਲ੍ਹ ਚੱਲ ਰਿਹਾ ਨਾ ਬਹੁਤ ਨੈਸ਼ਨਲ, ਬਹੁਤ ਹੀ ਮੀਡੀਆ they are so called nationalist media but they are totally anti-national of India also। ਯੂਰੋ ਜਦੋਂ ਬਣਿਆ ਉਦੋਂ ਵੀ ਅਮਰੀਕਾ ਨੇ ਚਲਾਕੀ ਚੱਲੀ ਸੀਗੀ ਕਿ ਇੰਗਲੈਂਡ ਨੂੰ ਕਿਹਾ ਵੀ ਤੁਸੀਂ ਆਪਣੀ ਕਰੰਸੀ ਅਲੱਗ ਹੀ ਰੱਖਣਾ। ਅੱਜ ਯੂਰੋ ਦਾ ਕੀ ਹਾਲ ਹੈ ਤੁਹਾਡੇ ਸਾਹਮਣੇ ਹੈ। ਦੇਖੋ ਇੱਕ ਪਾਸੇ ਤੇ ਜਾ ਕੇ ਉੱਥੇ ਰੋਂਦੇ ਆ, ਟਰੂਡੋ ਸਾਹਿਬ ਆ ਕਿ ਅਸੀਂ ਤਾਂ ਪੈਸੇ ਬਣਵਾਏ ਹੀ ਨਹੀਂ ਜੀ, ਜਦੋਂ ਉੱਥੇ ਕਮੇਟੀ 'ਚ ਤੋਂ ਬਣਾਉਂਦੇ ਆ। ਤੇ ਇੱਕ ਪਾਸੇ ਦੇਖੋ ਕਿੰਨੀ ਜ਼ਬਰਦਸਤ $2 billion ਦੇ ਆ ਸਪੈਂਡਿੰਗ ਔਨ ਦੀ ਐਕਸਪੈਂਸ਼ਨ, ਸਟੋਰ ਖੋਲ੍ਹਣ ਜਾ ਰਹੇ ਹੈਗੇ ਆ। ਗੁੱਡ ਮਾਰਨਿੰਗ ਟੋਰਾਂਟੋ, ਤੁਸੀਂ ਸੁਣ ਰਹੇ ਹੋ ਜੀ। ਤੇ ਗੱਲ ਅੱਜ ਜੀ ਸਾਡੀ ਇਕੋਨਮੀ ਦੀ ਚੱਲ ਰਹੀ ਹੈ ਤੇ ਇਕੋਨਮੀ ਨੂੰ ਹੀ ਕੰਟੀਨਿਊ ਕਰਾਂਗੇ ਵਿਦ ਮਾਰਕੀਟ ਅਪਡੇਟ। ਸੁਰਿੰਦਰਪਾਲ ਜੀ ਆ ਗਏ ਨੇ ਜੀ ਸਟੂਡੀਓ 'ਚ। ਸੁਰਿੰਦਰਪਾਲ ਜੀ, ਅਸੀਂ ਕਰੰਸੀ ਦੀ ਗੱਲ ਕਰ ਰਹੇ ਸੀ, ਬ੍ਰਿਕਸ ਕੰਟਰੀਜ਼ ਦੀ ਗੱਲ ਕਰ ਰਹੇ ਸੀ। ਪਹਿਲਾਂ ਸ਼ੁਰੂ ਇੱਥੋਂ ਹੀ ਕਰਦੇ ਹਾਂ। ਤੁਹਾਡਾ ਕੀ ਖਿਆਲ ਇਹਦੇ ਬਾਰੇ ਕਿ ਜਿਹੜਾ ਇਹ US ਡਾਲਰ ਦੀ ਬਜਾਏ ਬ੍ਰਿਕਸ ਵਾਲੇ ਆਪਣੀ ਕਰੰਸੀ ਦੀ ਗੱਲ ਕਰ ਰਹੇ ਨੇ, ਜਾਂ ਇਹ ਕਿਹਾ ਜਾ ਰਿਹਾ ਕਿ ਜੀ ਦੁਨੀਆ 'ਚ ਬੜੀ ਵੱਡੀ ਚੇਂਜ ਆਉਣ ਵਾਲੀ ਹੈ ਤੇ ਡਾਲਰ ਨੂੰ ਰਿਪਲੇਸ ਕਰ ਜਾਏਗੀ ਕੋਈ ਹੋਰ ਕਰੰਸੀ ਤੇ ਉਹਦੇ ਨਾਲ ਅਮਰੀਕਾ ਦਾ ਯੁੱਗ ਖਤਮ ਹੋ ਜਾਏਗਾ। ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨਾ ਸੋਸ਼ਲ ਮੀਡੀਆ 'ਤੇ। ਠੀਕ ਕਹਿ ਰਹੇ ਹੋ ਸ਼ਮੀਲ ਜੀ। ਇਹ ਸੋਸ਼ਲ ਮੀਡੀਆ 'ਤੇ ਇੱਕ ਨੈਰੇਟਿਵ ਸੈੱਟ ਕੀਤਾ ਗਿਆ ਬਾਈ ਸਮ ਵੈਸਟਡ ਐਲੀਮੈਂਟਸ ਔਰ ਸਮ ਵੈਸਟਡ ਕੰਟਰੀਜ਼। ਪਰ ਮੈਂ ਇਹਦਾ ਨਿਚੋੜ ਤੁਹਾਨੂੰ ਦੱਸ ਦਿਆਂ। ਇੱਕ ਗਾਲਿਬ ਦਾ ਸ਼ੇਰ ਹੈ, ਦਿਲ ਬਹਿਲਾਨੇ ਕੇ लिए ख्याल अच्छा है। ਇਹ ਬੇਸਿਕਲੀ ਇਟਸ ਅ ਵਿਜ਼ੂਅਲ ਥਿੰਕਿੰਗ। ਹੁਣੇ ਮੈਂ ਪ੍ਰੋਫੈਸਰ ਮਾਨ ਦੀ ਵੀ ਗੱਲ ਸੁਣ ਰਿਹਾ ਸੀ ਆਉਂਦੇ ਹੋਏ, ਜਦੋਂ ਮੈਂ ਡਰਾਈਵ ਕਰ ਰਿਹਾ ਸੀਗਾ। ਉਹਨਾਂ ਨੇ ਸਹੀ ਦੱਸਿਆ ਸਰ, ਇਹ ਜਿਹੜਾ ਅਮਰੀਕਨ ਡਾਲਰ ਦਾ ਵਰਚਸਵ ਹੈਗਾ ਆ ਸੈਕੰਡ ਵਰਲਡ ਵਾਰ ਤੋਂ ਬਾਅਦ ਭਰਪੂਰ ਹੈਗਾ ਆ। ਔਰ ਇਹਨੂੰ ਜੇ ਤੁਸੀਂ ਕਹੋ ਖਤਮ ਕਰਨਾ, ਬ੍ਰਿਕਸ ਹੀ ਤੁਸੀਂ ਦੇਖੋ ਬੇਸਿਕਲੀ ਜਿਹੜੀ ਕੰਬੀਨੇਸ਼ਨ ਹੈਗਾ ਆ ਇਹਨਾਂ ਕੰਟਰੀ 'ਚ ਆਪਸ 'ਚ ਨਹੀਂ ਬਣਦੀ ਕਿ ਇੰਡੀਆ ਚਾਈਨਾ ਦੀ ਬਣਦੀ ਹੈ। ਆਹ 2 ਹਫ਼ਤੇ ਪਹਿਲਾਂ ਮੇਰੇ ਖਿਆਲ ਚਾਈਨਾ ਨੇ 11 ਸਿਟੀਜ਼ ਦੇ ਨਾਮ ਬਦਲਤੇ ਅਰੁਣਾਚਲ ਪ੍ਰਦੇਸ਼ ਦੇ, ਉੱਥੇ ਹੀ ਪੰਗਾ ਪਿਆ ਹੋਇਆ। ਕੱਲ੍ਹ ਹੀ ਸੀਗਾ ਮਤਲਬ ਆਈ ਥਿੰਕ ਫੋਰਨ ਅਫੇਅਰ ਮਿਨਿਸਟਰ ਦੀ ਸਟੇਟਮੈਂਟ ਸੀਗੀ ਬਈ ਇੰਡੀਆ ਜਿਹੜਾ ਹੈ ਉਹ ਚਾਈਨਾ ਔਰ ਪਾਕਿਸਤਾਨ ਇੱਕੋ ਟਾਈਮ ਨਜਿੱਠ ਸਕਦਾ ਆ। ਇੱਕ ਪਾਸੇ ਤਾਂ ਤੁਹਾਡੀ ਤਕਰਾਰ ਹੈਗੀ ਆ, ਇੱਕ ਪਾਸੇ ਤੁਸੀਂ ਕਹਿੰਦੇ ਜੀ ਅਸੀਂ ਮਤਲਬ ਟਰੇਡ ਇੱਦਾਂ ਕਰਨਾ ਵੀ ਕਰੰਸੀ ਇਕੱਠੀ ਲੈ ਕੇ ਆਉਣੀ ਹੈ। ਇੱਕ ਪਾਸੇ ਤੁਸੀਂ ਜਿਹੜੀ ਚਾਈਨੀਜ਼ ਦੀ ਐਪਲੀਕੇਸ਼ਨ ਨੂੰ ਬੈਨ ਕੀਤਾ ਹੋਇਆ। ਸਿਮਿਲਰਲੀ ਰਸ਼ੀਆ ਔਰ ਚਾਈਨਾ ਦੀ ਆਪਸ ਵੀ ਤਕਰਾਰ ਹੈਗੀ ਹੈ। ਰਸ਼ੀਆ ਕਦੀ ਨਹੀਂ ਚਾਹੇਗਾ ਕਿ ਚਾਈਨਾ ਸੁਪਰ ਪਾਵਰ ਬਣ ਜਾਏ। ਚਾਈਨਾ ਬੜਾ ਸਮਾਰਟ ਕੰਟਰੀ ਹੈ। ਚਾਈਨਾ ਦੋਨੋਂ ਹੱਥਾਂ 'ਚ ਲੱਡੂ ਰੱਖਣਾ ਚਾਹੁੰਦਾ। ਸਭ ਤੋਂ ਜ਼ਿਆਦਾ ਅਮਰੀਕਨ ਡਾਲਰ ਚਾਈਨਾ ਕੋਲ ਹੀ ਨੇ। ਤੇ ਚਾਈਨਾ ਕਿਉਂ ਚਾਹੇਗਾ ਕਿ ਅਮਰੀਕਨ ਡਾਲਰ ਲੂਜ਼ ਹੋਏ? ਕਿਉਂਕਿ ਸਭ ਤੋਂ ਵੱਧ more than $1 trillion ਚਾਈਨਾ ਹੋਲਡਸ ਦਾ ਟ੍ਰੈਜਰੀ ਆਫ US। ਤੇ ਉਹਦੇ ਚਾਈਨਾ ਦਾ ਹੱਕ ਹੈ ਕਿ ਮਤਲਬ ਚਾਈਨਾ ਦਾ ਫਾਇਦਾ ਹੈ ਕਿ US ਡਾਲਰ ਸਟਰੋਂਗ ਰਹੇ। ਤੇ ਇਹ ਚੀਜ਼ ਹੈਗਾ। ਹੁਣ ਇਹ ਕਹਿੰਦੇ ਆ ਜੀ ਕਿ ਇਹ ਕਰੰਸੀ ਬਣਾਉਣਗੇ, ਉਹਨੂੰ ਗੋਲਡ ਨਾਲ ਟਾਈ ਅਪ ਕਰਨਗੇ। ਹੁਣ ਗੋਲਡ ਦੀ ਗੱਲ ਸੁਣ ਲਓ ਵੀ ਗੋਲਡ ਸਭ ਤੋਂ ਵੱਧ ਅਮਰੀਕਾ ਕੋਲ 8200 ਟਨ ਜਿਹੜਾ ਹੈ ਗੋਲਡ ਅਮਰੀਕਾ ਕੋਲ ਹੈਗਾ ਆ। ਸੈਕਿੰਡ ਨੰਬਰ ਤੇ ਜਰਮਨੀ ਕੋਲ ਹੈ ਕਰੀਬ 3300 ਟਨ ਹੈਗਾ ਆ। 5ਵੇਂ ਨੰਬਰ ਤੇ ਜਿਹੜਾ ਹੈ ਰਸ਼ੀਆ ਕੋਲ ਹੈ ਉਹ 2300 ਟਨ ਹੈ। ਫਿਰ 6ਵੇਂ ਨੰਬਰ ਤੇ ਚਾਈਨਾ ਹੈ ਜਿਹਦੇ ਕੋਲ 2000 ਟਨ ਹੈ। ਫਿਰ 9ਵੇਂ ਨੰਬਰ ਤੇ ਇੰਡੀਆ ਹੈਗਾ ਆ ਜਿਹਦੇ ਕੋਲ ਕੇ 785 ਟਨ ਗੋਲਡ ਹੈਗਾ ਆ। ਔਰ ਫਿਰ 30th ਨੰਬਰ ਤੇ ਪੂਰੇ ਵਰਲਡ 'ਚ 30th ਨੰਬਰ ਤੇ 130 ਟਨ ਗੋਲਡ ਬ੍ਰਾਜ਼ੀਲ ਕੋਲ ਹੈ। ਔਰ 34th ਨੰਬਰ ਤੇ ਸਾਊਥ ਅਫਰੀਕਾ ਕੋਲ 125 ਟਨ ਹੈਗਾ ਆ। ਤੇ ਗੋਲਡ ਦੀ ਵੀ ਇਹਨਾਂ ਕੋਲ ਕੋਈ ਭਰਮਾਰ ਨਹੀਂ ਹੈਗਾ। ਫਿਰ ਕਿਸ ਤਰ੍ਹਾਂ ਕਰੰਸੀ ਕੋਈ ਇਸ ਤਰ੍ਹਾਂ ਹਵਾ 'ਚ ਕਰੰਸੀ ਬਣਾ ਦੇਣਗੇ? ਤੁਸੀਂ ਦੇਖੋ ਇਸ ਤੋਂ ਪਹਿਲਾਂ ਯੂਰਪ ਨੇ ਕੋਸ਼ਿਸ਼ ਕੀਤੀ ਸੀ, ਯੂਰੋਪੀਅਨ ਯੂਨੀਅਨ ਬਣੀ ਸੀਗੀ। ਤੇ ਹਾਲਾਂਕਿ ਯੂਰਪ 'ਚ ਕੋਈ ਆਪਸ 'ਚ ਇੰਨਾ ਕੋਈ ਡਿਫਰੈਂਸਿਸ ਨਹੀਂ ਸੀਗੇ ਕੰਟਰੀਜ਼ ਦੇ। ਯੂਰੋਪੀਅਨ ਯੂਨੀਅਨ ਚੱਲ ਰਹੀ ਹੈ ਅੱਜ ਵੀ। ਲੇਕਿਨ ਜਦੋਂ ਤੁਹਾਨੂੰ ਯਾਦ ਹੈ ਕਿ ਯੂਰੋ ਬਣਿਆ ਸੀ ਅੱਜ ਤੋਂ 20-22 ਸਾਲ ਪਹਿਲਾਂ, ਤੇ ਯੂਰੋ ਜਦੋਂ ਬਣਿਆ ਉਦੋਂ ਵੀ ਅਮਰੀਕਾ ਨੇ ਚਲਾਕੀ ਚੱਲੀ ਸੀਗੀ ਕਿ ਇੰਗਲੈਂਡ ਨੂੰ ਕਿਹਾ ਵੀ ਤੁਸੀਂ ਆਪਣੀ ਕਰੰਸੀ ਅਲੱਗ ਹੀ ਰੱਖਣਾ। ਬ੍ਰਿਟਿਸ਼ ਨੇ ਆਪਣਾ ਪਾਊਂਡ ਅਲੱਗ ਰੱਖਿਆ। ਔਰ ਦੇਖੋ ਦੇ ਵਰ ਹਾਫ ਆਰਡਰਲੀ ਇਨਟੂ ਯੂਰੋਪੀਅਨ ਯੂਨੀਅਨ, ਆਪਣੀ ਕਰੰਸੀ ਅਲੱਗ ਰੱਖੀ। ਅੱਜ ਯੂਰੋ ਦਾ ਕੀ ਹਾਲ ਹੈ ਤੁਹਾਡੇ ਸਾਹਮਣੇ ਹੈ। ਉਸ ਤੋਂ ਬਾਅਦ ਤੁਹਾਨੂੰ ਬ੍ਰੈਗਜ਼ਿਟ ਤੋਂ ਬਾਅਦ ਇੰਗਲੈਂਡ ਦਾ ਵੀ ਕੀ ਹਾਲ ਹੈ ਉਹ ਤੁਹਾਡੇ ਸਾਹਮਣੇ ਹੈ। ਇਸ ਤੋਂ ਪਹਿਲਾਂ ਕਰਨਲ ਗਦਾਫੀ ਹੈ ਟਰਾਈਡ ਕਿ ਸਾਰਾ ਆਇਲ ਟ੍ਰੇਡ ਜਿਹੜਾ ਹੈ ਉਹ US ਡਾਲਰ 'ਚ ਨਾ ਕਰੇ। ਸਦਾਮ ਹੁਸੈਨ ਹੈਜ਼ ਟਰਾਈਡ, ਈਰਾਨ ਹੈਜ਼ ਟਰਾਈਡ। ਉਹਨਾਂ ਸਭ ਦਾ ਤੁਹਾਡੇ ਸਾਹਮਣੇ ਨਤੀਜਾ ਹੈ ਇੰਡੀਵਿਜੂਅਲ ਕੰਟਰੀਜ਼ ਦਾ। ਹਾਂ, ਇਹਨਾਂ ਕੰਟਰੀਜ਼ ਦਾ ਜਿਸ ਤਰ੍ਹਾਂ ਹੁਣੇ ਪ੍ਰੋਫੈਸਰ ਮਾਨ ਦੱਸ ਰਹੇ ਵੀ ਲਵ ਹੇਟ ਰਿਲੇਸ਼ਨਸ਼ਿਪ ਅਮਰੀਕਾ ਨਾਲ ਹੈਗੀ ਆ। ਹਰ ਕੋਈ ਅਮਰੀਕਾ ਨੂੰ ਚਾਹੁੰਦਾ ਵੀ ਆ ਔਰ ਹੇਟ ਵੀ ਬਹੁਤ ਕਰਦਾ ਆ।
ਤੇ ਇਹ ਇੱਕ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਜੀ ਕਿ ਇਹ ਕਰੰਸੀ ਇੱਦਾਂ ਬਣ ਜਾਏਗੀ ਜਾਂ ਇੱਦਾਂ ਹੋ ਜਾਏਗਾ। I doubt it very well ਕਿ ਇਹ ਪ੍ਰੈਕਟੀਕਲ ਹੈ। ਲਵ ਹੇਟ ਦੀ ਇੱਕ ਐਗਜ਼ਾਮਪਲ ਤੇ ਇਹ ਹੈ, ਇੰਡੀਆ ਦੇ ਵਿੱਚ ਮੈਂ ਇਹ ਮਤਲਬ ਗੱਲਬਾਤ ਸੁਣਦਾ ਹੁੰਦਾ ਸੀ ਪਹਿਲਾਂ ਕਿ ਕਮਿਊਨਿਸਟ ਬਹੁਤ ਖਿਲਾਫ ਹੁੰਦੇ ਨੇ ਰਸ਼ੀਆ ਦੀ ਆਮ US ਦੇ 100% ਯੈਸ। ਤੇ ਪਰ ਸਾਰੇ ਕਮਿਊਨਿਸਟ ਲੀਡਰਾਂ ਨੇ ਮਤਲਬ ਕਾਫੀ ਕਮਿਊਨਿਸਟ ਲੀਡਰਾਂ ਨੇ ਆਪਣੇ ਬੱਚੇ US ਸੈਟਲ ਕੀਤੇ ਆ। Yeah, look at this. This is how it works. Totally hypocritic society ਹੈਗੀ ਆ। ਔਰ ਤੁਸੀਂ ਇੱਥੇ ਕਦੀ ਨਹੀਂ ਦੇਖੋਗੇ ਕਿ ਅਮਰੀਕਾ ਕੋਈ ਆਪਣੇ ਬੱਚੇ ਨੂੰ ਰਸ਼ੀਆ ਪੜ੍ਹਨ ਲਈ ਭੇਜੇਗਾ, ਰਸ਼ੀਆ ਕੋਈ ਜੌਬ ਕਰਨ ਲਈ ਭੇਜੇਗਾ ਅਮਰੀਕਨਸ। ਸੋ ਇਟਸ ਟੂ ਡਿਫਰੈਂਟ ਫਿਲਾਸਫੀਜ਼। ਅਗੇਨ ਕੈਪੀਟਲਿਸਟ ਸੋਸਾਇਟੀ ਹੈ, ਤੇ ਬਹੁਤ ਸਾਰੇ ਫਲॉज ਨੇ। ਜਾਂ ਈਵਨ ਹੁਣ ਵੀ ਜਿਹੜੇ ਆਪਣੀ ਨੈਸ਼ਨਲਿਸਟ ਬ੍ਰਿਗੇਡ ਹੈ ਜੀ, ਉਹ ਵੀ US ਨੂੰ ਗਾਲਾਂ ਬਹੁਤ ਕੱਢਦੇ ਤੇ ਸੈਟਲ ਵੀ ਸਭ ਤੋਂ ਵੱਧ ਆ ਕੇ US ਤੋਂ। ਨੈਸ਼ਨਲਿਸਟ ਬ੍ਰਿਗੇਡ ਤੁਸੀਂ ਕਿਹਨੂੰ ਕਹਿੰਦੇ? ਇੰਡੀਆ ਦੇ ਵਿੱਚ ਅੱਜ ਕੱਲ੍ਹ ਚੱਲ ਰਿਹਾ ਨਾ ਬਹੁਤ ਨੈਸ਼ਨਲ, ਬਹੁਤ ਹੀ ਮੀਡੀਆ they are so called nationalist media but they are totally anti-national of India also, but anyway ਚਲੋ ਖੈਰੋ ਆਪਾਂ ਹੁਣ ਦੂਜੇ ਪਾਸੇ ਚੱਲ ਜਾਾਂਗੇ। ਆਪਾਂ ਸ਼ੁਰੂ ਕਰਦੇ ਮਾਰਕੀਟ ਅਪਡੇਟ ਜੀ। ਮਾਰਕੀਟ ਸ਼ਮੀਲ ਜੀ ਬਹੁਤ ਵਧੀਆ ਇਸ ਹਫਤੇ। ਦੇਖੋ ਇਸ ਹਫਤੇ ਬੈਂਕ ਆਫ ਕੈਨੇਡਾ ਦੀ ਗਵਰਨਰ ਦੀ ਮੀਟਿੰਗ ਸੀਗੀ, ਉਹਦੇ 'ਚ ਉਹਨਾਂ ਨੇ ਇੰਟਰਸਟ ਰੇਟ ਜਿਹੜਾ ਸਟੱਡੀ ਰੱਖਿਆ, ਨਹੀਂ ਵਧਾਇਆ। ਬਟ ਲੇਕਿਨ ਹੀ ਗੇਵ ਏ ਸਟੇਟਮੈਂਟ ਆਲਸੋ ਵੀ ਜੇ ਜ਼ਰੂਰਤ ਪਈ ਤਾਂ ਅਸੀਂ ਵਧਾ ਸਕਦੇ ਹਾਂ। ਹਾਲਾਂਕਿ ਜਨਵਰੀ 25 ਨੂੰ ਜਦੋਂ ਲਾਸਟ ਮੀਟਿੰਗ ਸੀ ਉਹਦੇ 'ਚ ਹੀ ਉਹਨਾਂ ਨੇ ਕਹਿਤਾ ਸੀਗਾ ਬਈ ਵੀ ਵਿਲ ਬੀ ਸਿਟਿੰਗ ਔਨ ਅ ਸਾਈਡ ਲਾਈਨ ਐਂਡ ਵਾਚਿੰਗ ਦੀ ਡਾਟਾ ਐਂਡ ਇਟਸ ਐਬਸੋਲੂਟਲੀ ਡਾਟਾ ਸੈਂਟਰਡ। ਔਰ ਜੋ ਡਾਟਾ ਪੁਆਇੰਟ ਆਊਟ ਕਰ ਰਿਹਾ ਜੀ ਕਿ ਇਨਫਲੇਸ਼ਨ is going down, ਚਾਹੇ ਕੈਨੇਡੀਅਨ ਇਨਫਲੇਸ਼ਨ ਹੈਗੀ ਹੈ, ਅਮਰੀਕਾ ਦੇ ਵੀ ਹੋਲਸੇਲ ਪ੍ਰਾਈਸ ਇੰਡੈਕਸ is also telling you, retail sales is telling you, the whole retail the inflation numbers is telling you ਕਿ everything is going in the right direction। ਲੇਕਿਨ ਬੁੱਧਵਾਰ ਨੂੰ ਜਿਹੜੇ ਫੈਡਰਲ ਰਿਜ਼ਰਵ ਦੀ ਮੀਟਿੰਗ ਸੀ, ਉਹਨਾਂ ਨੇ ਆਪਣੇ ਮਿਨਟਸ ਦਿੰਦੇ ਹੁੰਦੇ ਆ ਨੈਕਸਟ ਮੀਟਿੰਗ ਜਿਹੜੀ ਮਈ 'ਚ ਹੋਣੀ ਹੈ, ਉਹਦੇ ਅੰਦਰ ਮਿਨਟਸ 'ਚ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਹੈ ਹੋ ਸਕਦਾ ਹੈ ਅਮਰੀਕਾ ਮੇ ਲੈਂਡ ਅਪ ਇਨ ਸੌਫਟ ਰਿਸੈਸ਼ਨ, ਮਾਈਲਡ ਰਿਸੈਸ਼ਨ। ਅਤੇ ਉਹਦੇ ਕਰਕੇ ਮਾਰਕੀਟ 'ਚ ਥੋੜ੍ਹਾ ਜਿਹਾ ਜਿਟਰੀ ਹੋਈ ਸੀਗੀ ਔਰ ਸ਼ਾਇਦ ਲੋਕਾਂ ਨੂੰ ਇਹ ਲੱਗਿਆ ਸੀ ਵੀ ਹੋ ਸਕਦਾ ਹੈ ਨੈਕਸਟ ਮੀਟਿੰਗ 'ਚ ਫੈਡਰਲ ਰਿਜ਼ਰਵ 25 ਬੇਸਿਸ ਪੁਆਇੰਟ ਵਧਾ ਦੇਵੇ ਇੰਟਰਸਟ ਰੇਟ। ਲੇਕਿਨ ਜੋ ਡਾਟਾ ਆ ਰਿਹਾ ਇਹਦੇ 50-50 ਚਾਂਸਿਸ ਲੱਗਦੇ ਨੇ। ਅੱਜ ਸਵੇਰੇ ਇੱਥੇ ਆਉਣ ਤੋਂ ਪਹਿਲਾਂ ਅਮਰੀਕਾ ਦਾ ਮੇਨ ਬੈਂਕ ਹੈ ਜੀ JP Morgan, they gave a very good profit earning, $81 billion interest income earning। ਔਰ ਇਹ ਪ੍ਰੋਫਿਟ ਨਾ ਸਿਰਫ ਪਿਛਲੇ ਕੁਆਰਟਰ ਦਾ ਵਧੀਆ ਪੇਸ਼ ਕੀਤਾ, ਫਿਊਚਰ ਗਾਈਡੈਂਸ ਪੂਰੇ ਸਾਲ ਲਈ ਜਿਹੜੀ ਆ ਉਹ ਵਧੀਆ ਦੇ ਰਿਹਾ ਹੈਗਾ। ਕੈਨੇਡਾ ਦੀ ਗੱਲ ਕਰੋ, ਸਵੇਰੇ ਮੈਂ ਖਬਰ ਸੁਣ ਰਿਹਾ ਸੀ ਕਿ Loblaws is opening dozens of stores, ਆਪਣੇ ਸ਼ਾਪਰਸ ਡਰੱਗ ਮਾਰਟ ਦੇ ਜਿਹੜੇ ਉਹ ਸਟੋਰ ਖੋਲ੍ਹਣ ਜਾ ਰਹੇ ਹੈ। ਜੇ ਦੇਖੋ ਜੀ ਇਕਾਨਮੀ ਐਕਸਪੈਂਡ ਕਰ ਰਹੀ ਹੈ, ਸਹੀ ਚੱਲ ਰਹੀ ਹੈ, ਤਾਂ ਹੀ ਉਹ ਇਹ Loblaws ਵਰਗੀ ਕੰਪਨੀ ਦੇਖੋ ਇੱਕ ਪਾਸੇ ਤੇ ਜਾ ਕੇ ਉੱਥੇ ਰੋਂਦੇ ਆ, ਟਰੂਡੋ ਸਾਹਿਬ ਆ ਕਹੀ ਅਸੀਂ ਤਾਂ ਪੈਸੇ ਬਣਵਾਏ ਹੀ ਨਹੀਂ ਜੀ, ਜਦੋਂ ਉੱਥੇ ਕਮੇਟੀ 'ਚ ਤੋਂ ਬਣਾਉਂਦੇ ਆ। ਅਤੇ ਇੱਕ ਪਾਸੇ ਦੇਖੋ ਕਿੰਨੀ ਜ਼ਬਰਦਸਤ $2 billion ਦੇ ਆਰ ਸਪੈਂਡਿੰਗ ਔਨ ਦੀ ਐਕਸਪੈਂਸ਼ਨ, ਸਟੋਰ ਖੋਲ੍ਹਣ ਜਾ ਰਹੇ ਹੈਗੇ ਆ। ਸੋ ਓਵਰਆਲ ਸਿਚੁਏਸ਼ਨ ਜਿਹੜੀ ਹੈ ਤੁਸੀਂ ਦੇਖੋਗੇ ਸ਼ਮੀਲ ਜੀ, ਠੀਕ ਹੈ, ਦਿਸ ਕੁਆਰਟਰ ਮੇ ਬੀ ਜਿਟਰੀ, ਨੈਕਸਟ ਕੁਆਰਟਰ ਮੇ ਬੀ ਮਾਈਲਡ, ਬਟ ਗੋਇੰਗ ਫੋਰਵਰਡ ਦੀ ਲਾਸਟ ਹਾਫ ਆਫ ਦ ਈਅਰ ਲੁਕਸ ਵੈਰੀ ਰੋਬਸਟ ਔਰ ਅੱਛੀ ਅਰਨਿੰਗਸ ਤੁਹਾਨੂੰ ਅੱਗੇ ਆਉਣ ਨੂੰ ਦੇਖਣ ਨੂੰ ਮਿਲੇਗੀ। ਇੱਕ ਛੋਟਾ ਜਿਹਾ ਕਮੈਂਟ, ਕੁਝ ਸਵਾਲ ਵੀ ਆਇਆ ਸੁਮਿਤ ਹੋਰਾਂ ਦਾ, ਤੇ ਮੈਂ ਕੁਝ ਇਕੋਨੋਮਿਸਟ ਦੇ ਵੀ ਅੱਜ ਪੜ੍ਹ ਰਿਹਾ ਸੀ ਜੀ। ਇਸ ਚੀਜ਼ ਨੂੰ ਲੈ ਕੇ ਕੋਈ ਇੱਕ ਰਾਏ ਨਹੀਂ ਇਕੋਨੋਮਿਸਟ ਦੀ ਕਿ ਜਿਹੜਾ ਬੈਂਕ ਆਫ ਕੈਨੇਡਾ ਦਾ ਇੰਟਰਸਟ ਰੇਟ ਥੱਲੇ ਕਦੋਂ ਜਾਏਗਾ, ਕਿਉਂਕਿ ਇਸ ਤੋਂ ਲੋਕ ਪਰੇਸ਼ਾਨ ਬੜੇ ਨੇ ਤੇ ਉਹਨਾਂ ਦਾ ਜੀਅ ਕਰਦਾ ਕਿ ਥੱਲੇ ਆ ਜਾਏ ਥੋੜ੍ਹਾ ਜਿਹਾ। ਅਤੇ ਭਾਵੇਂ ਜਿਹੜੇ ਗਵਰਨਰ ਤੇ ਕਹਿ ਰਹੇ ਨੇ ਕਿ ਅਸੀਂ ਉੱਤੇ ਵੀ ਕਰ ਸਕਦੇ ਹਾਂ ਜੇ ਇਨਫਲੇਸ਼ਨ ਨਾ ਕੰਟਰੋਲ 'ਚ ਹੋਈ। ਤੁਹਾਡਾ ਕੀ ਖਿਆਲ ਹੈ? ਲੱਗਦਾ ਨਹੀਂ ਸਰ ਹਲੇ। ਦੇਖੋ ਸਭ ਤੋਂ ਪਹਿਲਾਂ ਤਾਂ ਇਹ ਸੀ ਵੀ ਤੁਸੀਂ ਉੱਤੇ ਚੜਾਉਣਾ ਬੰਦ ਕਰੋ, ਬਈ ਤੁਸੀਂ ਹੁਣ ਹੋਰ ਜ਼ਿਆਦਾ ਹੀ ਮਤਲਬ ਤੁਸੀਂ ਕਹਿੰਦੇ ਵੀ ਹੁਣ ਥੱਲੇ ਕਦੋਂ ਆਏਗਾ। ਅਤੇ ਆਈ ਥਿੰਕ ਦੀ ਹੀ ਇਜ਼ ਗੋਇਨਾ ਸਿਟ ਇਨ ਅ ਸਾਈਡ ਲਾਈਨ ਫॉर ਅ ਵਾਈਲ, ਫॉर ਨੈਕਸਟ 3 to 6 months ਡਿਪੈਂਡਿੰਗ ਔਨ ਦ ਗਲੋਬਲ ਸਿਚੁਏਸ਼ਨ, ਕਿਉਂਕਿ ਇਹ ਵੀ ਫੀਅਰਸ ਹੈਗੀ ਆ ਗਲੋਬਲ ਰਿਸੈਸ਼ਨ ਵੀ ਆ ਸਕਦਾ ਆ। ਅਤੇ ਦੋਜ਼ ਰਿਸੈਸ਼ਨ ਫੀਅਰਸ ਆਰ ਆਲਰੇਡੀ ਦੇਅਰ। ਔਰ ਕਈ ਵਾਰੀ ਤੁਸੀਂ ਦੇਖੋ 2 ਹਫ਼ਤੇ ਪਹਿਲਾਂ ਅਚਾਨਕ ਹੀ OPEC ਪਲੱਸ ਜਿਸ 'ਚ ਰਸ਼ੀਆ ਵੀ ਇਨਵੋਲਵ ਹੈ, ਉਹਨਾਂ ਨੇ ਅਨਾਊਂਸ ਕਰਤਾ ਜੀ ਕਿ ਅਸੀਂ ਆਪਣੀ ਆਇਲ ਦੀ ਪ੍ਰੋਡਕਸ਼ਨ ਜਿਹੜੀ ਆ ਉਹ ਘੱਟ ਕਰ ਰਹੇ ਹਾਂ 100,000 ਬੈਰਲ ਪਰ ਡੇ। ਉਹਦੇ ਨਾਲ ਬਹੁਤ ਵੱਡੀ ਢਾਲ ਲੱਗੇਗੀ ਇਨਫਲੇਸ਼ਨ ਨੂੰ। ਆਇਲ ਦੇਖੋ ਇੱਕਦਮ $75 ਪਰ ਬੈਰਲ ਤੋਂ $82 ਪਰ ਬੈਰਲ ਹੋ ਗਿਆ, ਅਤੇ ਇਹਦੇ ਨਾਲ ਤੁਹਾਡੀ ਇਨਫਲੇਸ਼ਨ ਨੂੰ ਵੀ ਢਾਲ ਲੱਗੇਗੀ। ਨੋ ਡਾਊਟ ਕਿ ਸਪਲਾਈ ਚੇਨ ਜਿਹੜੀ ਹੈ ਬਹਾਲ ਹੋ ਰਹੀ ਹੈ ਅਤੇ ਉਹਨੂੰ ਨਲੀਫਾਈ ਕਰ ਦੇਗੀ। ਲੇਕਿਨ ਜਿਹੜਾ ਤੁਸੀਂ ਕਹੋ ਬਈ ਇੰਟਰਸਟ ਰੇਟ ਘਟਾਉਣ ਵਾਲੀ ਗੱਲ ਅਗਲੇ 6 ਮਹੀਨੇ ਮੈਨੂੰ ਨਜ਼ਰ ਨਹੀਂ ਆਉਂਦਾ ਸਰ, ਉਸ ਤੋਂ ਅੱਗੇ ਦੀ ਮੈਂ ਕਹਿ ਨਹੀਂ ਸਕਦਾ ਜੀ।
ਸੋ ਖੈਰ ਮੈਂ ਜਿਹੜੇ ਇਕੋਨੋਮਿਸਟ ਦਾ ਕੁਝ ਪੜ੍ਹ ਰਿਹਾ ਸੀ ਉਹ ਕਹਿ ਰਹੇ ਸੀ अर्ਲੀ ਨੈਕਸਟ ਈਅਰ Yes, ਕੋਈ ਹੋ it ਸਕਦਾ may happen depending on how the global situation is. ਸੁਰਿੰਦਰ ਦਾ ਮੈਂ ਸਵਾਲ ਹੈ ਕਿ ਜਿਹੜਾ ਲੋਬਲਾ CEO ਦੀ ਗੱਲ ਕਰ ਰਹੇ ਨੇ ਵੀ ਉਹਨੇ ਕਦੇ ਨਹੀਂ ਕਿਹਾ ਕਿ ਉਹ ਬਿਜ਼ਨਸ ਪੈਸਾ ਨਹੀਂ ਬਣਾ ਰਹੇ, ਉਹ ਕਹਿੰਦੇ ਪੈਸਾ ਅਸੀਂ ਗਰੋਸਰੀ 'ਚ ਨਹੀਂ ਬਣਾ ਰਹੇ, ਸ਼ਾਪਰਸ ਵਰਡ ਡਰੱਗ ਮਾਰਟ ਬਣਾ ਰਿਹਾ। ਤੁਸੀਂ ਕਦੀ ਸ਼ਾਪਰ ਟਰੱਕ ਮਾਰ ਜਾ ਕੇ ਦੇਖੋ ਸ਼ਮੀਲ ਜੀ ਕਿ ਇੱਕ ਪਾਸੇ ਛੋਟੀ ਜਿਹੀ ਉਹ ਫਾਰਮੇਸੀ ਹੁੰਦੀ ਆ, 80% ਆਫ ਦੈਟ ਸਟੋਰ ਉਹਦਾ ਸਪੇਸ ਜਿਹੜਾ ਹੈ ਉਹ ਗਰੋਸਰੀ ਆਈਟਮਸ ਲਈ ਯੂਜ਼ ਹੁੰਦਾ। ਤੁਹਾਨੂੰ ਦੁੱਧ ਤੋਂ ਲੈ ਕੇ ਕੋਈ ਕੁਕੀਜ਼, ਬ੍ਰੈਡ, ਜੈਮ, all toilet products. So what is that? Those are not drugs. ਨਾ ਹੀ ਹੈ ਸਿਰਫ ਸ਼ਾਪਰ ਡਰੱਗ ਮਾਰਟ। ਬੇਸਿਕਲੀ ਇਟਸ ਮੋਸਟਲੀ ਅ ਸਟੋਰ ਐਂਡ ਇਹਨਾਂ ਦਾ ਉੱਥੋਂ ਸ਼ਾਪਰ ਡਰੱਗ ਮਾਰਟ ਤੋਂ ਜਿਹੜਾ ਮਾਰਜਨ ਆਉਂਦਾ ਕੋਈ ਡਰੱਗ ਮਤਲਬ ਫਾਰਮਾਸਿਊਟੀਕਲ ਪ੍ਰੋਡਕਟਸ ਤੋਂ ਨਹੀਂ ਆਉਂਦਾ, 80% ਗਰੋਸਰੀ ਤੋਂ ਹੀ ਆਉਂਦਾ ਆ। ਔਰ ਹਾਂ ਜਦੋਂ ਇਹ ਤੁਸੀਂ ਗੱਲ ਕਹੀ ਸੀ ਇਹਨਾਂ ਨੇ ਬਈ ਅਸੀਂ ਉੱਥੇ ਕਮੇਟੀ ਦੇ ਅੰਦਰ ਕਾਸਮੈਟਿਕਸ ਸੁਮਿਤ ਕਰ ਰਹੇ ਨੇ ਕਾਸਮੈਟਿਕ ਯੈਸ ਕਾਸਮੈਟਿਕ ਆਲਸੋ ਕਾਸਮੈਟਿਕ ਬਿਗ ਸਟੋਰਸ ਹੈ ਬੜਾ ਵੱਡਾ ਇੱਕ ਅੱਛਾ ਕਾਸਮੈਟਿਕ ਤੁਸੀਂ ਜਾਓ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਐਸ ਸੂਨ ਐਸ ਯੂ ਐਂਟਰ ਕਾਸਮੈਟਿਕ ਵਾਲੀ ਬਿਲਕੁਲ ਸਭ ਤੋਂ ਪਹਿਲੇ ਫਰੰਟ ਕਾਰਨਰ ਹੋਏਗਾ ਔਰ ਲੇਡੀ ਉੱਠ ਕੇ ਤੁਹਾਨੂੰ ਗੁੱਡ ਮਾਰਨਿੰਗ, ਗੁੱਡ ਆਫਟਰਨੂਨ, ਗੁੱਡ ਈਵਨਿੰਗ ਜ਼ਰੂਰ ਕਹੇਗੀ। ਉਹਨੂੰ ਕਿਹਾ ਗਿਆ ਕਿ ਯੂ ਗੋਟ ਟੂ ਡਰਾ ਦ ਅਟੈਂਸ਼ਨ ਦ ਹਾਈਐਸਟ ਗ੍ਰੋਸ ਮਾਰਜਨ ਇਜ਼ ਕਾਸਮੈਟਿਕਸ ਨਾਟ ਦ ਡਰੱਗਸ। ਸੋ ਦੇ ਆਰ ਮੇਕਿੰਗ ਮਨੀ ਫਰਮ ਦਿਸ। ਚਲੋ ਖੈਰ ਹੁਣ ਆਪਾਂ ਗੱਲ ਕਰਦੇ ਹਾਂ ਕਿਉਂਕਿ ਆਪਾਂ ਆ ਜਾਂਦੇ ਜਿਹੜੀ ਆਮ ਬੰਦੇ ਦੀ ਰੀਅਲ ਇਕੋਨਮੀ ਹੈ ਉਹਦੇ 'ਚ TFSA ਜੀ ਹੈ ਨਾ ਜੀ। ਅਤੇ TFSA ਬਾਰੇ ਕਾਫੀ ਇੱਕ ਸੈਕਸ਼ਨ ਤਾਂ ਜਿਹਨੂੰ ਪਤਾ ਹੁੰਦਾ ਪਰ ਸਾਡੇ ਕਮਿਊਨਿਟੀ 'ਚ ਹਰ ਸਾਲ ਕਿਉਂਕਿ ਨਵੇਂ ਲੋਕ ਆਉਂਦੇ ਨੇ ਜੀ ਜੀ ਕਈਆਂ ਨੂੰ ਕੋਈ ਆਈਡੀਆ ਨਹੀਂ ਹੁੰਦਾ ਕਿ TFSA ਅਸਲ ਵਿੱਚ ਹੈ ਕੀ ਅਤੇ ਕਿੰਨੀ ਇਹਦੇ 'ਚ ਲਿਮਿਟ ਹੁੰਦੀ ਹੈ, ਕਿਵੇਂ ਇਹ ਚੱਲਦਾ। ਸੋ ਉੱਥੋਂ ਇਸ ਕਰਕੇ ਉਹਨਾਂ ਵਾਸਤੇ ਉਹ ਗੱਲ ਉੱਥੋਂ ਹੀ ਸ਼ੁਰੂ ਕਰੋ ਜਿਹੜਾ ਜਿਨ੍ਹਾਂ ਨੂੰ ਬਿਲਕੁਲ ਨਹੀਂ ਪਤਾ ਉਹਨਾਂ ਵਾਸਤੇ ਵੀ ਇਹ ਇਨਫੋਰਮੇਸ਼ਨ ਜ਼ਰੂਰੀ ਹੈ। ਦੇਖੋ ਸਰ TFSA ਦਾ ਮਤਲਬ ਹੈ ਟੈਕਸ ਫ੍ਰੀ ਸੇਵਿੰਗ ਅਕਾਊਂਟ। ਮੈਂ ਇਹਨੂੰ ਵੈਸੇ ਟੋਟਲੀ ਫੈਂਟਾਸਟਿਕ ਸੇਵਿੰਗ ਅਕਾਊਂਟ ਕਹਿੰਦਾ ਹਾਂ ਕਿਉਂਕਿ ਇਹਦੇ ਅੰਦਰ ਇੱਕ ਤੁਹਾਡੀ ਲਿਮਿਟ ਹੈ। ਇਸ ਸਾਲ ਦੀ 2023 ਦੀ ਲਿਮਿਟ $6,500 ਦੀ ਹੈਗੀ ਆ, ਪਰ ਇਹ ਜੇ ਤੁਸੀਂ ਪਿਛਲੇ ਸਾਲਾਂ 'ਚ ਨਹੀਂ ਪੈਸੇ ਪਾਏ ਉਹ ਤੁਹਾਡੀ ਲਿਮਿਟ ਐਡ ਹੁੰਦੀ ਰਹਿੰਦੀ ਆ। 2009 ਤੋਂ ਇਹ ਸ਼ੁਰੂ ਹੋਇਆ ਸੀ। 2009 'ਚ ਜਦੋਂ ਸ਼ੁਰੂ ਹੋਇਆ ਸੀ ਤਾਂ ਲਿਮਿਟ $5,000 ਸੀਗੀ। ਫਿਰ ਕੁਝ ਸਾਲ 5,000 ਰਹੀ, ਫਿਰ ਵਧਾ ਕੇ 5.5 ਕੀਤੀ ਗਈ, ਫਿਰ 6 ਕਰਤੀ ਗਈ। ਇੱਕ ਵਾਰੀ ਇੱਕਦਮ ਇੱਕ ਸਾਲ 'ਚ ਸਟੀਫਨ ਹਾਰਪਰ ਸਾਹਿਬ ਨੇ ਲਿਮਿਟ ਵਧਾ ਕੇ 10,000 ਵੀ ਕਰਤੀ ਸੀ। ਉਸ ਸਾਲ ਇਲੈਕਸ਼ਨ ਜਿੱਤਣੀ ਸੀਗੇ, ਉਹ ਗੱਲ ਅਲੱਗ ਹੈ, ਇਲੈਕਸ਼ਨ ਨਹੀਂ ਜਿੱਤੇ ਉਹਨਾਂ ਨੇ, ਪਰ ਉਹ ਸਾਲ ਦੀ ਲਿਮਿਟ 10,000 ਸੀਗੀ। ਕਿਊਮੂਲੇਟਿਵ ਲਿਮਿਟ ਜੇ 2009 'ਚ ਤੁਸੀਂ 18 ਸਾਲ ਦੇ ਸੀਗੇ ਔਰ ਤੁਸੀਂ ਕੈਨੇਡਾ ਦੇ ਰੈਜ਼ੀਡੈਂਟ ਸੀਗੇ ਤੇ ਤੁਹਾਡੀ ਅੱਜ ਤੱਕ ਦੀ ਲਿਮਿਟ $88,000 ਦੀ ਹੈ ਜੀ। $88,000 ਇਜ਼ ਅ ਵੈਰੀ ਬਿਗ ਅਮਾਊਂਟ ਕਿਉਂਕਿ ਇਹ ਜਦੋਂ ਸ਼ੁਰੂ ਹੋਇਆ ਸੀ ਇਹਦੇ ਬਾਰੇ ਮਿਥ ਪਾਇਆ ਗਿਆ ਸੀ ਵੀ ਇਹ ਜੀ ਇਹਨੂੰ ਅਸੀਂ ਵੈਸੇ ਸੇਵਿੰਗ ਅਕਾਊਂਟ ਯੂਜ਼ ਕਰ ਸਕਦੇ ਹਾਂ। ਦਿਸ ਇਜ਼ ਅ ਵੈਰੀ ਗੁੱਡ ਇਨਵੈਸਟਮੈਂਟ ਟੂਲ ਕਿਉਂਕਿ ਇਹਦੇ ਅੰਦਰ ਸ਼ਮੀਲ ਜੀ ਜਿੰਨੀ ਵੀ ਤੁਹਾਡੀ ਇਨਕਮ ਹੁੰਦੀ ਹੈ ਜਾਂ ਕਿ ਤੁਹਾਨੂੰ ਗੇਨ ਹੁੰਦਾ ਉਹ 'ਤੇ ਕੋਈ ਟੈਕਸ ਨਹੀਂ ਲੱਗਣਾ। $88,000 'ਤੇ ਜੇ ਤੁਹਾਨੂੰ 6% ਸਾਲ ਦਾ ਇਨਕਮ ਆਉਂਦੀ ਹੈ ਕਰੀਬ ਤੁਹਾਨੂੰ ਕਹਿ ਲਓ ਇਹ $5,000 ਬਣ ਗਏ। $5,000 ਤੁਹਾਨੂੰ ਉੱਤੇ ਕੋਈ ਇਨਕਮ ਟੈਕਸ ਨਹੀਂ ਲੱਗਣਾ ਤੁਹਾਡਾ, ਨਾ ਹੀ ਤੁਹਾਡੀ ਕੋਈ ਪੈਨਸ਼ਨ 'ਤੇ ਇਫੈਕਟ ਪੈਣਾ ਆ। ਖਾਸ ਤੌਰ 'ਤੇ ਰਿਟਾਇਰੀਜ਼ ਲਈ, ਖਾਸ ਤੌਰ 'ਤੇ ਉਹ ਲੋਕ ਜਿਹੜੇ ਕਿ ਗਾਰੰਟਿਡ ਇਨਕਮ ਸਪਲੀਮੈਂਟ ਪੈਨਸ਼ਨ ਲੈਂਦੇ ਨੇ। ਈਵਨ ਤੁਸੀਂ ਵੈਲਫੇਅਰ 'ਤੇ ਹੈ, ਤੁਸੀਂ ਅਨਐਮਪਲਾਇਮੈਂਟ 'ਤੇ ਹੈਗੇ, ਤੁਹਾਡਾ ਕੋਈ ਵੀ ਹੈਗਾ ਆ, ਤੁਹਾਡੀ ਕੋਈ ਵੀ ਮਤਲਬ ਸੋਸ਼ਲ ਬੈਨੀਫਿਟਸ 'ਤੇ ਕੋਈ ਫਰਕ ਨਹੀਂ ਪੈਣਾ, ਪੈਨਸ਼ਨ 'ਤੇ ਕੋਈ ਫਰਕ ਨਹੀਂ ਪੈਣਾ, ਕੋਈ ਤੁਸੀਂ ਉਸ 'ਤੇ ਟੈਕਸ ਨਹੀਂ ਦੇਣਾ। ਦੂਜੀ ਗੱਲ, ਸਭ ਤੋਂ ਵੱਡੀ ਗੱਲ ਜਿਹੜੀ ਇਹਦੇ ਅੰਦਰ ਐਕਸਪਲੋਰ ਨਹੀਂ ਕੀਤੀ ਗਈ ਸਾਡੇ ਭਾਈਚਾਰੇ ਦੇ ਅੰਦਰ, ਬਈ 88,000 ਮੇਰੀ ਲਿਮਿਟ ਹੈ, 88,000 ਮੇਰੀ ਵਾਈਫ ਦੀ ਲਿਮਿਟ ਹੈ। ਇਹਦੇ ਅੰਦਰ ਅਸੀਂ ਜੇ ਤੁਸੀਂ ਕਿਸੇ ਫਾਈਨੈਂਸ਼ੀਅਲ ਐਡਵਾਈਜ਼ਰ ਕੋਲ ਜਾਓਗੇ ਉਹ 'ਚ ਬੈਨੀਫਿਸ਼ਰੀ ਜਗ੍ਹਾ ਸਕਸੈਸਰ ਐਨੂਟੈਂਟ ਬਣਾਉਂਦਾ ਆ। ਸਪੋਜ਼ ਮੇਰੀ ਡੈਥ ਹੋ ਗਈ, 88,000 ਤੇ ਮੇਰੀ ਕਿਊਮੂਲੇਟਿਵ ਲਿਮਿਟ ਸੀ ਅੱਜ ਤੱਕ ਦੀ, ਪਰ ਮੈਂ ਤਾਂ ਮੰਨ ਲਓ ਸ਼ੁਰੂ ਤੋਂ ਪੈਸੇ ਪਾਉਂਦਾ ਆ ਰਹੇ ਹਾਂ 2009 ਤੋਂ, ਤੇ ਮੇਰਾ ਅੱਜ $1.5 ਲੱਖ ਸਪੋਜ਼ ਇਕੱਠਾ ਹੋਇਆ। ਜੇ ਮੈਂ ਸਕਸੈਸਰ ਐਨੂਟੈਂਟ ਬਣਾਇਆ ਆਪਣੀ ਵਾਈਫ ਨੂੰ, ਉਹੀ $1.5 ਲੱਖ ਮੇਰੀ ਵਾਈਫ ਦੇ TSA ਦੀ ਲਿਮਿਟ 'ਚ ਐਡ ਹੋ ਜਾਏਗਾ। $1.5 ਲੱਖ ਉਹਦੇ ਕੋਲ ਪਿਆ, 1.5 ਉਹਦਾ ਮੇਰਾ ਮਿਲ ਗਿਆ, ਉਹ $3 ਲੱਖ ਹੁਣ ਉਹਨੂੰ ਕੋਲ ਐਡ ਹੋ ਗਿਆ। ਉਹ 3 ਲੱਖ ਤੇ ਹੁਣ ਜਿਹੜੀ ਵੀ ਉਹਨੂੰ ਇਨਕਮ ਆਉਣੀ ਹੈ, 3 ਲੱਖ ਤੇ 6% ਇਨਕਮ ਆਉਣੀ ਹੈ, $18,000 ਜਿਹੜੀ ਇਨਕਮ ਆਉਣੀ ਹੈ ਉਹਦੇ ਤੇ ਕੋਈ ਟੈਕਸ ਨਹੀਂ ਲੱਗਣਾ।
ਔਰ ਇਹ ਸਿਰਫ ਤੇ ਸਿਰਫ ਜਿਹੜਾ ਤੁਸੀਂ ਰੋਲ ਓਵਰ ਕਰ ਸਕਦੇ ਆ ਡੈਥ ਤੇ ਸਪਾਊਸ ਨੂੰ ਕਰ ਸਕਦੇ ਆ, ਔਰ ਇਹ ਸਿਰਫ ਡੈਥ ਤੇ ਕਰ ਸਕਦੇ ਆ ਔਰ ਉਸੇ ਟਾਈਮ ਕਰ ਸਕਦੇ ਆ। ਇਹ ਨਹੀਂ ਹੈਗਾ ਵੀ ਤੁਸੀਂ ਮੈਂ ਕਹਾਂ ਅੱਜ ਨੂੰ ਮੇਰੀ ਵਾਈਫ ਨਾਲ ਮੇਰੀ ਲਿਮਿਟ ਐਡ ਕਰ ਦਿਓ, ਇਸ ਤਰ੍ਹਾਂ ਨਹੀਂ ਹੋ ਸਕਦਾ। ਇਹਦੇ 'ਚ ਇਹ ਵੀ ਹੈਗਾ ਆ ਵੀ ਜੇ ਤੁਸੀਂ 1 ਸਾਲ 'ਚ ਪੈਸੇ ਕਢਾ ਲਏ, ਸਪੋਜ਼ ਮੈਂ 2017 'ਚ ਮੈਨੂੰ ਲੋੜ ਸੀਗੀ, ਮੇਰਾ $50,000 TFS 'ਚ ਪਿਆ ਸੀ, ਮੈਂ ਕਢਾ ਲਿਆ। ਮੈਂ ਫਿਰ 2018 ਦੇ ਅੰਦਰ ਉਸ ਤੋਂ ਅਗਲੇ ਸਾਲ ਨਾਟ ਇਨ ਦ ਸੇਮ ਕੈਲੰਡਰ ਈਅਰ ਉਹੀ ਪੈਸੇ ਜਿੰਨੇ ਪੈਸੇ ਮੈਂ ਕਢਾਏ ਆ ਉਹ ਮੈਂ ਦੁਬਾਰਾ ਪਾ ਸਕਦਾ TFSA ਦੇ ਅੰਦਰ, ਔਰ ਉਹੀ ਲਿਮਿਟ ਜਿੰਨੀ ਮੈਂ ਕਢਾਏ ਸੀ ਉਹ ਲਿਮਿਟ ਮੇਰੀ ਐਡ ਹੋ ਜਾਂਦੀ ਹੈ ਨੈਕਸਟ ਈਅਰ। ਜੇ ਮੈਂ ਇਹਨੂੰ ਓਵਰ ਕੰਟਰੀਬਿਊਟ ਕਰਦਾ, ਬਹੁਤ ਸਾਰੇ ਲੋਕਾਂ ਨੇ ਕਈ ਓਵਰ ਕੰਟਰੀਬਿਊਟ ਵੀ ਕੀਤਾ ਹੁੰਦਾ, ਤੇ ਜੇ ਓਵਰ ਕੰਟਰੀਬਿਊਟ ਕਰਦਾ ਆ 1% ਹਰ ਮਹੀਨੇ ਦਾ ਐਕਸਟਰਾ ਮੈਨੂੰ ਟੈਕਸ ਦੇਣਾ ਪੈਣਾ ਗਵਰਨਮੈਂਟ ਨੂੰ। ਤੀਜੀ ਗੱਲ ਕਿ ਟੈਕਸ ਫਰੀ ਸੇਵਿੰਗ ਅਕਾਊਂਟ ਦੇ ਅੰਦਰ ਤੁਸੀਂ ਕੋਈ ਵੀ ਇਨਵੈਸਟਮੈਂਟ ਵਾਹੀਕਲ ਚੂਜ਼ ਕਰ ਸਕਦੇ ਹੈ, ਚਾਹੇ ਬੌਂਡਸ ਹੈ, ਚਾਹੇ ਇਕੁਇਟੀਜ਼ ਹੈ, ਚਾਹੇ ਤੁਸੀਂ GIC ਲੈਣੇ ਹੈ, ਇਹ ਸਾਰੇ ਚਾਹੇ ਸੈਗਰੀਗੇਟਡ ਫੰਡ ਹੈ, ਚਾਹੇ ਮਿਊਚੁਅਲ ਫੰਡ ਹੈ, ਇਹ ਤੁਸੀਂ ਲੈ ਸਕਦੇ ਹੈ। ਪਰ ਇਹਦੇ ਅੰਦਰ ਤੁਸੀਂ ਫਰੀਕੁਐਂਟ ਟ੍ਰੇਡਿੰਗ ਨਹੀਂ ਕਰ ਸਕਦੇ। ਫਰੀਕੁਐਂਟ ਟ੍ਰੇਡਿੰਗ ਨਹੀਂ ਵੀ ਅੱਜ ਸਵੇਰੇ ਵੀ ਮੈਂ ਕੋਈ ਸ਼ੇਅਰ ਲੈ ਲਿਆ, ਸ਼ਾਮ ਨੂੰ ਵੇਚਤਾ, ਕੱਲ ਫਿਰ ਕੋਈ ਸ਼ੇਅਰ ਲੈ ਲਿਆ, ਪਰਸੋਂ ਫਿਰ ਵੇਚਤਾ, ਦੈਟ ਇਜ਼ ਕਾਲਡ, ਉਹ ਨਹੀਂ ਕਰ ਸਕਦੇ। ਇਨਫੈਕਟ ਇਸ ਹਫਤੇ ਟੋਰਾਂਟੋ ਸਟਾਰ 'ਚ ਇੱਕ ਆਰਟੀਕਲ ਹੈ ਬੜਾ ਵੱਡਾ, ਇੱਕ ਬੰਦਾ ਇਹਦੇ ਅੰਦਰ ਫਰੀਕੁਐਂਟ ਟ੍ਰੇਡਿੰਗ ਕਰਦਾ ਸੀ, ਉਹਦੇ ਕੋਲ $6 ਲੱਖ ਇਕੱਠਾ ਹੋਇਆ ਪਿਆ ਟੈਕਸ ਫਰੀ ਸੇਵਿੰਗ ਅਕਾਊਂਟ ਦੇ ਅੰਦਰ। ਉਹ ਟ੍ਰੇਡਿੰਗ ਕਰਦਾ ਸੀ, ਡੇ ਟ੍ਰੇਡਿੰਗ ਕਰਦਾ ਸੀ, ਤੇ ਉਹਨੂੰ ਰੈਵਨਿਊ ਕੈਨੇਡਾ ਦੇ ਜੱਜ ਨੇ ਉਹ ਕੋਰਟ 'ਚ ਮਾਮਲਾ ਗਿਆ, ਹੀ ਡਿਸਪਿਊਟਡ ਕਿ ਜੀ ਮੇਰੀ ਮੈਂ ਤੇ ਇਹ ਮੇਰਾ ਕੈਪੀਟਲ ਗੇਨ ਨਹੀਂ ਹੈਗਾ ਔਰ ਇਹ ਮੈਂ ਰੈਗੂਲਰ ਪੈਸੇ ਪਾਏ ਹੋਏ ਆ। ਤੇ ਉਹਨੂੰ ਜੱਜ ਨੇ ਕਿਹਾ ਵੀ ਉਹ ਜਿਸ ਹਿਸਾਬ ਦੀ ਉਹ ਖੁਦ ਫਾਈਨੈਂਸ਼ੀਅਲ ਐਡਵਾਈਜ਼ਰ ਵੀ ਸੀ, ਮੈਂ ਪਤਾ ਨਹੀਂ ਕਿੱਦਾਂ ਦਾ ਫਾਈਨੈਂਸ਼ੀਅਲ ਐਡਵਾਈਜ਼ਰ ਸੀ, ਵੀ ਉਹਨੂੰ ਹੁਣ ਜੱਜ ਨੇ ਕਿਹਾ ਵੀ ਇਹ ਸਾਰਾ ਇਨਕਮ 'ਚ ਐਡ ਹੋਏਗਾ ਔਰ ਉਹਨੂੰ ਟੈਕਸ ਦੇਣਾ ਪੈਣਾ ਹੈ। ਸੋ ਯੂ ਹੈਵ ਟੂ ਬੀ ਕੇਅਰਫੁਲ, ਖਾਸ ਤੌਰ 'ਤੇ ਜਿਹੜੇ ਕਿ ਬਹੁਤ ਸਾਰੇ ਸਾਡੀ ਕਮਿਊਨਿਟੀ 'ਚ ਇਨਵੈਸਟਰ, ਕਈ ਡੇ ਟ੍ਰੇਡਰ ਵੀ ਹੈਗੇ ਨੇ। ਆਈ ਆਲਵੇਜ਼ ਡਿਸਕਰੇਜ ਡੇ ਟ੍ਰੇਡਿੰਗ, ਇਟਸ ਅ ਵੈਰੀ ਗੈਂਬਲਿੰਗ ਹੈਬਿਟ, ਇਟਸ ਅ ਹੈਬਿਟ। ਬਟ ਅਗੇਨ ਜੇ ਤੁਸੀਂ ਕਰਦੇ ਹੈ TFSA 'ਚ ਨਹੀਂ ਕਰ ਸਕਦੇ। TFSA ਜੇ ਪੈਸੇ ਪਾਉਣੇ ਹੈ ਅਗਲੇ ਸਾਲ ਤੁਸੀਂ ਫਿਰ ਉਹ ਪੈਸੇ ਜੇ ਕਢਾਉਣੇ ਹੈ ਅਗਲੇ ਸਾਲ ਤੁਸੀਂ ਐਡ ਕਰ ਸਕਦੇ ਹੈ। TFSA ਦਾ ਭਰਪੂਰ ਯੂਜ਼ ਜਿਹੜਾ ਹੈ ਉਹ ਸਾਡੀ ਕਮਿਊਨਿਟੀ ਨਹੀਂ ਲੈ ਰਹੀ, ਹਾਲਾਂਕਿ ਬਹੁਤ ਸਾਰੀ ਦੂਸਰੀ ਕਮਿਊਨਿਟੀਜ਼ ਲੈਂਦੀਆਂ ਨੇ, ਔਰ ਇਸ ਚੀਜ਼ ਦਾ ਲੈਣਾ ਚਾਹੀਦਾ ਕਿ ਜਿਵੇਂ ਤੁਹਾਨੂੰ ਦੱਸਿਆ ਵੀ $88,000 ਘੱਟ ਨਹੀਂ ਹੁੰਦਾ। ਸ਼ੁਰੂ ਇਹ 5,000 ਤੋਂ ਐਸੇ ਲੁੱਕ ਲਾਈਕ ਵੈਰੀ ਸਮਾਲ ਅਮਾਊਂਟ, ਬਟ ਨਾਓ ਇਟਸ ਅ ਲਾਰਜ ਅਮਾਊਂਟ। ਯੂਟਿਲਾਈਜ਼ ਦਿਸ ਫॉर योर ਰਿਟਾਇਰਮੈਂਟ ਔਰ ਫॉर ਐਨੀ ਅਦਰ ਪਰਪਸ। ਕੋਈ ਵੀ ਤੁਸੀਂ ਘਰ ਆਪਣਾ ਅੱਗੇ ਕੋਈ ਫਿਊਚਰ 'ਚ ਕੋਈ ਪ੍ਰੋਜੈਕਟ ਲਗਾਉਣਾ ਹੈ, ਉਹਦੇ ਲਈ ਤੁਸੀਂ ਪੈਸੇ ਇਕੱਠੇ ਕਰਨੇ ਹੈ। ਈਵਨ ਬਜ਼ੁਰਗਾਂ ਲਈ, ਮਾਈ ਮਦਰ ਇਜ਼ 79 ਈਅਰ ਓਲਡ, ਸ਼ੀ ਹੈਜ਼ ਅ ਟੈਕਸ ਫਰੀ ਸੇਵਿੰਗ ਅਕਾਊਂਟ, ਅਤੇ ਇਹਦੇ ਅੰਦਰ ਬਜ਼ੁਰਗਾਂ ਲਈ ਤਾਂ ਬਹੁਤ ਵਧੀਆ ਬੈਨੀਫਿਟ ਹੈਗਾ ਇਹਦਾ। ਔਰ ਬਜ਼ੁਰਗਾਂ ਨੂੰ ਕਈਆਂ ਨੂੰ ਵਿਚਾਰ ਨੂੰ ਇਹ ਡਰ ਲੱਗਦਾ ਰਹਿੰਦਾ ਵੀ ਮੇਰੇ ਅਕਾਊਂਟ 'ਚ ਪੈਸੇ ਪਏ ਆ, ਪੈਨਸ਼ਨ ਘੱਟ ਜਾਏਗੀ। ਅਤੇ ਮੈਂ ਦੱਸ ਦਿਆਂ ਤੁਹਾਡੀ ਪੈਨਸ਼ਨ 'ਤੇ ਕੋਈ ਫਰਕ ਨਹੀਂ ਪੈਂਦਾ ਜੇ TFSA ਦੇ ਪੈਸੇ ਪਾਉਂਦੇ। ਓਕੇ ਓਕੇ ਓਕੇ। ਇੱਕ ਕੁਐਸਚਨ ਹੈ ਆਖਰੀ, ਬਸ ਮਿੰਟ ਵੀ ਸਾਡੇ ਕੋਲ ਇੱਕੋ ਹੀ ਰਹਿ ਗਿਆ ਜੀ, ਕਿ ਬੈਂਕ ਇੰਟਰਸਟ ਵਧਾ ਰਿਹਾ ਮੁੜ ਕੇ ਜੀ, ਪਰ ਕਹਿੰਦੇ ਸਾਡੇ ਜਿਹੜਾ ਸੇਵਿੰਗ ਅਕਾਊਂਟਸ ਦੇ ਵਿੱਚ ਇੰਟਰਸਟ ਤੇ ਵਧਿਆ ਨਹੀਂ ਹੈ। ਸਰ ਬੈਂਕ ਸਮਾਰਟ ਹੈਗੇ, ਅਗਲੇ ਬੈਂਕ ਇੰਟਰਸਟ ਵਧਾ ਰਹੇ ਆ, ਲੇਕਿਨ ਜਿਹੜਾ ਤੁਸੀਂ ਸੇਵਿੰਗ ਅਕਾਊਂਟ 'ਚ ਪੈਸੇ ਪਾਉਂਦੇ ਹੋ 4 ਜਾਂ 4.5% ਮੈਕਸਿਮਮ, ਡਿਪੈਂਡਿੰਗ ਔਨ ਡਿਫਰੈਂਟ ਬੈਂਕ ਦਿੰਦੇ ਹੈ। ਦੈਟਸ ਵਾਈ ਯੂ ਵਾਂਟ ਟੂ ਇਨਵੈਸਟ ਇਨ ਸੇਵਿੰਗ ਅਕਾਊਂਟ, ਇਨਵੈਸਟ ਇਨ ਸਮ ਇਨਵੈਸਟਮੈਂਟ ਫੰਡਸ ਜਿੱਥੇ, ਹਾਂ, ਪਰ ਇਹ ਹੈਗਾ ਟਾਈਮ ਹੋਰਾਈਜ਼ਨ ਤੁਹਾਡੇ ਕੋਲ 3 ਜਾਂ 5 ਸਾਲ ਹੋਣਾ ਚਾਹੀਦਾ। ਜੇ ਤੁਸੀਂ ਸ਼ਾਰਟ ਟਰਮ ਲਈ ਪੈਸੇ ਰੱਖਣੇ ਦੈਨ ਡੈਫੀਨਿਟਲੀ ਕੀਪ ਇਨ ਯੂਰ ਸੇਵਿੰਗ ਅਕਾਊਂਟ। ਸੋ ਇਹਦੇ ਨਾਲ ਹੀ ਅਸੀਂ ਗੱਲਬਾਤ ਖਤਮ ਕਰਾਂਗੇ। ਜਾਣ ਵੇਲੇ ਤੁਸੀਂ ਆਪਣਾ ਕੰਟੈਕਟ ਇਨਫੋਰਮੇਸ਼ਨ ਸ਼ੇਅਰ ਕਰ Sure, Shamil ji, if person has any question about insurance, investments, visitor insurance, ਜਾਂ ਤੁਸੀਂ ਇਸ ਖਿੱਤੇ ਨੂੰ ਜੁਆਇਨ ਕਰਨਾ ਚਾਹੁੰਦੇ ਆ, ਅਸੀਂ ਤੁਹਾਨੂੰ ਪ੍ਰੋਪਰ ਟ੍ਰੇਨਿੰਗ ਦਿੰਦੇ ਹਾਂ। I have more than 80 advisors working with me across Canada, ਔਰ ਤੁਹਾਨੂੰ ਅਸੀਂ ਪ੍ਰੋਪਰ ਟ੍ਰੇਨਿੰਗ ਦਿੰਦੇ ਹਾਂ। ਤੁਸੀਂ ਬੇਸ਼ੱਕ ਲਾਇਸੈਂਸ ਲਿਆ ਆ, ਨਹੀਂ ਕਾਮਯਾਬ ਹੋਏ, ਸਾਡੇ ਕੋਲ ਸਾਰੀਆਂ ਕੰਪਨੀਆਂ ਦੀ ਏਜੰਸੀ ਹੈਗੀ ਆ, ਅਤੇ ਇਸ ਬਾਰੇ ਜੇ ਕੋਈ ਨੌਲੇਜ ਲੈਣਾ ਚਾਹੁੰਦੇ ਆ ਦੈਨ ਗਿਵ ਮੀ ਅ ਕਾਲ। ਮੇਰਾ ਨੰਬਰ ਹੈ ਜੀ 416-573-4798, 416-573-4798, ਪੰਜਾਬੀ 'ਚ 416-573-4798। ਔਰ ਜਾਣ ਤੋਂ ਪਹਿਲੇ ਜੀ ਵਿਸਾਖੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ।